ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸੀਂ T20 ਵਰਲਡ ਕੱਪ ਦੇ ਉੱਤੇ ਦਰਮਿਆਨ 'ਚ ਗੱਲ ਕਰ ਰਹੇ ਹਾਂ ਔਰ ਹਾਸ਼ਮੀ ਸਾਹਿਬ ਇਹਦੇ ਉੱਤੇ ਬੜੇ ਸੋਹਣੇ ਤਬਸਰੇ ਕਰਦੇ ਨੇ, ਦੋਸਤ ਪਸੰਦ ਵੀ ਕਰਦੇ ਨੇ। ਜ਼ਾਹਿਰ ਹੈ ਉਹ ਟੀਵੀ ਤੇ ਤਬਸਰੇ ਵੀ ਕਰਦੇ ਨੇ ਸਾਡੇ, ਔਰ ਅਖਬਾਰਾਂ 'ਚ ਲਿਖਦੇ ਵੀ ਨੇ ਮੁਸਲਸਲ, ਔਰ ਲੋਕਾਂ ਦੇ ਨਾਲ ਇਹਨਾਂ ਦਾ ਰਾਬਤਾ ਵੀ। ਤੇ ਅਸੀਂ ਅੱਜ ਇਹਨਾਂ ਕੋਲੋਂ ਇਹ ਪੁੱਛਾਂਗੇ ਕਿ 3-4 ਇਮਕਾਨਾਤ ਹੈਗੇ ਨੇ ਕਿ ਇੱਕ ਤਾਂ ਵੈਸਟ ਇੰਡੀਜ਼ ਤੇ ਜਨੂਬੀ ਅਫਰੀਕਾ ਦੀ ਜਿਹੜੀ ਪਰਫਾਰਮੈਂਸ ਹੈ ਉਹਦੇ ਹਵਾਲੇ ਨਾਲ ਦੱਸਣ ਕਿ ਇਹ ਕੋਈ ਅਗਲੇ ਫੇਜ਼ ਦੇ ਵਿੱਚ ਜਾਣਗੇ। ਔਰ ਦੂਸਰਾ ਇਹ ਵੇ ਕਿ ਪਾਕਿਸਤਾਨ ਦੇ ਵਿੱਚ ਵੀ ਕ੍ਰਿਕਟ ਦੀ ਟੀਮ ਨੂੰ ਲੈ ਕੇ ਬੜੇ ਸਵਾਲ ਉੱਠਣ ਡਏ ਨੇ ਕਿ ਜਿਹੜਾ ਵਾਅਦਾ ਕੀਤਾ ਗਿਆ ਸੀ ਕਿ ਵਾਪਸ ਆਵੇਗੀ ਟੀਮ ਔਰ ਫੌਰੀ ਤੌਰ ਤੇ ਕੋਈ ਨਾ ਕੋਈ ਉਹਦੇ ਜਨਾਬ ਆਪਰੇਸ਼ਨ ਕੀਤਾ ਜਾਏਗਾ, ਸਰਜਰੀ ਕੀਤੀ ਜਾਏਗੀ, तो ਹਾਲੇ ਤੱਕ ਤਾਂ ਮੇਰੇ ਖਿਆਲ ਨਜ਼ਰ ਮੈਨੂੰ ਤਾਂ ਨਹੀਂ ਆਈ। ਹਾਸ਼ਮੀ ਸਾਹਿਬ को ਕੋਈ ਖਬਰ ਹੋਵੇ ਤੇ ਇਹਨਾਂ ਕੋਲ ਪੁੱਛ ਲੈਂਦੇ। ਜੀ ਹਾਸ਼ਮੀ ਸਾਹਿਬ। ਜੀ ਅਸ਼ਰਫ ਸਾਹਿਬ, ਜਿਹੜੇ ਮੈਚ ਦੀ ਤੁਸੀਂ ਗੱਲ ਕੀਤੀ ਨਾ ਜਨੂਬੀ ਅਫਰੀਕਾ ਤੇ ਵੈਸਟ ਇੰਡੀਜ਼ ਦੀ, ਉਹ ਅੱਜ ਸਵੇਰੇ ਮੈਚ ਹੋ ਗਿਆ ਹੈ। ਉਹਦੇ ਵਿੱਚ ਵੈਸਟ ਇੰਡੀਜ਼ ਨੂੰ ਸ਼ਿਕਸਤ ਹੋ ਗਈ ਹੈ ਤੇ ਜਿਹੜਾ ਜਨੂਬੀ ਅਫਰੀਕਾ ਹੈ ਨਾ ਉਹ 6 ਦੇ 6 ਮੈਚ ਜਿੱਤ ਕੇ ਸੈਮੀਫਾਈਨਲ ਵਾਸਤੇ ਕੁਆਲੀਫਾਈ ਕਰ ਚੁੱਕਿਆ ਹੈ। ਠੀਕ ਹੈ। ਤੇ ਇਹ ਬੜੇ ਦੁੱਖ ਦੀ ਗੱਲ ਹੈ ਕਿ ਮੇਜ਼ਬਾਨ ਟੀਮ ਜਿਹੜੀ ਕਿ ਆਪਣੇ ਘਰ ਦੀ ਸੀ ਉਹ ਹਾਰ ਗਈ ਔਰ ਬੁਰੀ ਤਰ੍ਹਾਂ ਹਾਰੀ। ਔਰ ਦੂਸਰੀ ਵੱਲੋਂ ਖੁਸ਼ੀ ਇਹ ਹੈ ਕਿ 92 ਤੋਂ ਬਾਅਦ ਜਦੋਂ ਜਨੂਬੀ ਅਫਰੀਕਾ ਕ੍ਰਿਕਟ 'ਚ ਆਈ ਔਰ ਉਸ ਤੋਂ ਲੈ ਕੇ ਹੁਣ ਤੱਕ ਉਹ ਮੁਸਲਸਲ ਉਹਦੀ ਖੁਆਇਸ਼ ਹੈ ਕਿ ਮੈਂ ਕੋਈ ICC ਦੀ ਟਰਾਫੀ ਚੁੱਕ ਲਵਾਂ, ਕੋਈ ਕੱਪ ਫੜ ਲਵਾਂ। ਪਰ ਉਹ ਵਿਚਾਰੇ ਜਿਹੜੇ ਨਾ ਉਹ ਕਿਸੇ ਐਸੇ ਮਰਹਲੇ ਤੇ ਜਾ ਕਰ ਆਊਟ ਹੋ ਜਾਂਦੇ ਨੇ ਉਸ ਟੂਰਨਾਮੈਂਟ ਤੋਂ ਕਿ ਜਿੱਥੋਂ ਤਵੱਕੋ ਨਹੀਂ ਕੀਤੀ ਜਾ ਸਕਦੀ। ਇਸ ਵਜ੍ਹਾ ਤੇ ਬੜੀ ਚੰਗੀ ਰਹੀ ਹੈ। ਚੰਗੀ ਹੈ, ਉਹਨਾਂ ਨੂੰ ਚੋਕਰਸ ਕਹਿੰਦੇ ਨੇ ਕਿ ਉਹ ਇੱਕ ਐਸੀ ਗਲਤੀ ਕਰਦੇ ਨੇ ਕਿ ਜਿਹੜੀ ਉਹਨਾਂ ਦੇ ਸਾਰੇ ਕੀ ਕਰਾਤੇ ਪਾਣੀ ਫੇਰ ਦਿੰਦੇ ਨੇ। ਔਰ ਇਸ ਵੇਲੇ ਉਹ ਆਪਣੇ ਜਿਹੜਾ ਗਰੁੱਪ ਹੈ B ਉਹਦੇ 'ਚ ਟੌਪ ਤੇ ਹੈ ਔਰ ਉਹਨੂੰ ਇਹ ਫਾਇਦਾ ਹੋਇਆ ਵੈਸਟ ਇੰਡੀਜ਼ ਨੂੰ ਹਰਾਉਣ ਦਾ ਕਿ ਉਹਦਾ ਹੁਣ ਸੈਮੀਫਾਈਨਲ 'ਚ ਜਿਹੜਾ ਮੁਕਾਬਲਾ ਹੈ ਉਹ ਇੰਡੀਆ ਨਾਲ ਨਹੀਂ ਹੋਏਗਾ ਬਲਕਿ ਕਿਸੇ ਦੂਸਰੀ ਟੀਮ ਨਾਲ ਹੋਏਗਾ। ਜਿਹੜੀ ਵੀ ਦੂਸਰੀ ਟੀਮ ਆ ਜਾਏਗੀ ਉਹਦੇ ਨਾਲ ਹੋਏਗਾ। ਉਹਦਾ ਇੱਕ ਫਾਇਦਾ ਇਹ ਵੀ ਕਿ ਅਗਰ ਉਹ ਇੰਡੀਆ ਨਾਲ ਖੇਲਦੀ ਔਰ ਸੈਮੀਫਾਈਨਲ ਹਾਰ ਜਾਂਦੀ ਤਾਂ ਫਾਈਨਲ ਦੇ ਚਾਂਸਸ ਖਤਮ ਹੋ ਜਾਣਾ ਸੀ। ਲੇਕਿਨ ਉਹਦੇ ਮੁਕਾਬਲੇ 'ਚ ਕਿਸੇ ਦੂਸਰੀ ਟੀਮ ਦੇ ਖਿਲਾਫ ਅਗਰ ਉਹ ਖੇਲਦੀ ਹੈ ਤੇ ਉਹਦੇ ਚਾਂਸਸ ਅੱਗੇ ਜਾਣ ਦੇ ਜ਼ਿਆਦਾ ਨੇ। ਲੇਕਿਨ ਮੈਂ ਅੱਜ ਤੁਹਾਨੂੰ ਇੱਕ ਗੱਲ ਮਜ਼ੇ ਦੀ ਸੁਣਾਉਣਾ ਚਾਹੁੰਦਾ ਕਿ ਇਸ ਵੇਲੇ ਜਿਹੜਾ ਵਰਲਡ ਕੱਪ ਹੈ ਉਹ ਆਪਣੇ ਅਰੂਟ ਤੇ ਹੈ ਬਲਕਿ ਇਖਤਤਾਮ ਵੱਲ ਜਾ ਰਿਹਾ। ਔਰ ਉਹਦੇ 'ਚ ਜਿਹੜੀ ਬੜੀ ਦਿਲਚਸਪ ਗੱਲ ਹੈ ਨਾ ਉਹ ਇਹ ਵੇ ਕਿ ਸਾਰੀ ਦੁਨੀਆ ਨੂੰ ਪਤਾ ਹੈ ਕਿ ਜਿਹੜਾ ਇੰਡੀਆ ਨਾ ਉਹ ਸੈਮੀਫਾਈਨਲ ਦੇ ਕਿਨਾਰੇ ਤੇ ਬੈਠਾ ਹੋਇਆ ਹੈ। ਠੀਕ ਹੈ। ਔਰ ਅੱਜ ਦਾ ਮੈਚ ਜਿੱਤ ਕੇ ਅੱਜ ਸ਼ਾਮ ਨੂੰ ਜਿਹੜਾ ਹੋਏਗਾ ਉਹ ਆਰਾਮ ਨਾਲ ਪਹੁੰਚ ਜਾਏਗਾ। ਲੇਕਿਨ ਮੈਂ ਆਪਣੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹੈ ਬਲਕਿ ਉਹਨਾਂ ਨੂੰ ਬਾਖਬਰ ਕਰਨਾ ਚਾਹੁੰਦਾ ਹੈ ਕਿ ਇੱਕ ਸੂਰਤ ਇਹ ਵੀ ਹੈ ਕਿ ਇੰਡੀਆ ਟੂਰਨਾਮੈਂਟ ਤੋਂ ਬਾਹਰ ਵੀ ਹੋ ਸਕਦੀ ਹੈ। ਅੱਛਾ, ਇਹ ਵੀ ਗੱਲ ਹੋ ਸਕਦੀ ਇਹ ਵੀ ਗੱਲ ਹੋ ਸਕਦੀ ਹੈ ਕਿਉਂਕਿ ਇਹ T20 ਦਾ ਹੈ ਵੇ, ਇੱਥੇ ਸਾਰੇ ਜਿੱਤੇ ਐਂਡ ਤੇ ਜਾ ਕਰ ਟੂਰਨਾਮੈਂਟ ਤੋਂ ਬਾਹਰ ਹੋ ਜਾਂਦੇ ਨੇ। ਇਸ ਵੇਲੇ ਜਿਹੜੀ ਸੂਰਤ ਹਾਲ ਹੈ ਉਹ ਇਹ ਕਿ ਅਗਰ ਅੱਜ ਸ਼ਾਮ ਨੂੰ ਆਸਟ੍ਰੇਲੀਆ ਇੰਡੀਆ ਨੂੰ 41 ਰਨ ਤੋਂ ਹਰਾ ਦਿੰਦਾ ਹੈ ਔਰ ਕੱਲ ਅਫਗਾਨਿਸਤਾਨ ਬੰਗਲਾਦੇਸ਼ ਨੂੰ 81 ਰਨ ਤੋਂ ਹਰਾ ਦਿੰਦਾ ਹੈ ਤੇ ਫਿਰ ਜਿਹੜਾ ਸੈਮੀਫਾਈਨਲ 'ਚ ਜਾਣ ਵਾਲੀਆਂ ਟੀਮਾਂ ਨੇ ਆਸਟ੍ਰੇਲੀਆ ਤੇ ਅਫਗਾਨਿਸਤਾਨ ਹੋਣਗੀਆਂ, ਇੰਡੀਆ ਨਹੀਂ ਆਏਗਾ। ਤੇ ਦੋਵੇਂ ਟਾਰਗੇਟ ਬਜ਼ਾਹਿਰ ਤਾਂ ਮੁਸ਼ਕਲ ਲੱਗਦੇ ਪਏ ਨੇ ਹਾਲੇ ਤੱਕ ਜਿੰਨੇ ਮੈਚ ਇੱਥੇ ਵੇਖੇ ਨੇ। ਸੋਏ ਕੱਲ ਦੇ ਇੱਕ ਮੈਚ ਦੇ ਮੈਂ ਇੱਕ ਪੋਸਿਬਿਲਿਟੀ ਦੀ ਗੱਲ ਤੁਹਾਨੂੰ ਦੱਸੀ ਕਿ ਮੁਮਕਿਨ ਹੈ ਕਿਉਂਕਿ ਕ੍ਰਿਕਟ 'ਚ ਕੁਝ ਵੀ ਹੋ ਸਕਦਾ ਹੈ। ਅਗਰ ਅੱਜ ਵੈਸਟ ਇੰਡੀਜ਼ ਹਾਰ ਸਕਦੀ ਹੈ ਤੇ ਕੁਝ ਵੀ ਹੋ ਸਕਦਾ ਹੈ। ਇਸ ਵਾਸਤੇ ਕੁਝ ਵੀ ਹੋਣ ਦੇ ਵਿੱਚ ਨਾ ਇੰਡੀਆ ਜਿਹੜਾ ਨਾ ਉਹ ਵੀ ਦਾਅ ਤੇ ਬੈਠਾ ਹੈ। ਲੇਕਿਨ ਜ਼ਾਹਿਰ ਰਿਆਜ਼ੀ ਦੇ ਹਵਾਲੇ ਨਾਲ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਲੇਕਿਨ ਪ੍ਰੈਕਟੀਕਲੀ ਸ਼ਾਇਦ ਇਹ ਮੁਮਕਿਨ ਨਾ ਹੋ ਸਕੇ। ਅੱਛਾ ਹੁਣ ਦੂਸਰਾ ਹਾਂ ਉਹ ਜਿਹੜੀ ਪਾਕਿਸਤਾਨ ਦੀ ਟੀਮ ਦੇ ਵਿੱਚ ਜਿਹੜੀ ਉਹ ਅੱਛਾ ਹੁਣ ਪਾਕਿਸਤਾਨ ਦਾ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਾ ਨਾ ਉਹ ਇਹ ਵੇ ਕਿ ਅੱਜ ਸਵੇਰੇ ਹੀ ਮੋਹਸਨ ਨਕਵੀ ਸਾਹਿਬ ਦੀ ਕਿਆਦਤ 'ਚ ਨਾ ਇੱਕ ਇਜਲਾਸ ਹੋਇਆ। ਉਹਦੇ 'ਚ ਉਹਨਾਂ ਨੇ ਬੜੇ ਅਹਿਮ ਫੈਸਲੇ ਲਏ ਨੇ। ਇੱਕ ਫੈਸਲਾ ਤਾਂ ਉਹਨਾਂ ਨੇ ਲਿਆ ਕਿ ਕੌਮੀ ਟੀਮ 'ਚ ਉਹੀ ਬੰਦੇ ਆਉਣਗੇ, ਉਹੀ ਲੜਕੇ ਆਉਣਗੇ ਜਿਹੜਾ ਡੋਮੈਸਟਿਕ ਖੇਲੇਗਾ। ਠੀਕ ਹੈ। ਯਾਨੀ ਕਿ ਕੌਮੀ ਟੀਮ ਦੇ ਵਿੱਚ ਸ਼ਮੂਲੀਅਤ ਨੂੰ ਜਿਹੜਾ ਨਾ ਉਹ ਮਸ਼ਰੂਤ ਕਰ ਦਿੱਤਾ ਗਿਆ ਡੋਮੈਸਟਿਕ ਦੇ ਨਾਲ। ਉਹਨੂੰ T20 ਦੇ ਮੈਚਾਂ ਤੋਂ ਟੀਮ ਸਿਲੈਕਟ ਨਹੀਂ ਹੋਏਗੀ ਜਾਂ ਮੁੰਡੇ ਸਿਲੈਕਟ ਨਹੀਂ ਹੋਣਗੇ। ਹੁਣ ਜਿਹੜੇ ਨਾ ਉਹ ਮੈਰਿਟ ਤੇ ਗੱਲ ਹੋਏਗੀ। ਔਰ ਦੂਸਰੀ ਉਹਨਾਂ ਨੇ ਇਹ ਕਹੀ ਕਿ ਅਸੀਂ ਕ੍ਰਿਕਟ ਨੂੰ ਫਰੋਗ ਦਾਂਗੇ ਸਕੂਲ ਤੋਂ ਲੈ ਕੇ ਨੈਸ਼ਨਲ ਸਤਹ ਤੱਕ ਔਰ ਇਸ ਜ਼ਿਮਨ 'ਚ ਬਹੁਤ ਸਾਰੇ ਅਸੀਂ ਟੂਰਨਾਮੈਂਟਸ ਵੀ ਕਰਾਵਾਂਗੇ। ਅੱਛਾ ਇਹ ਗੱਲਾਂ ਹੁੰਦੀਆਂ ਨੇ ਬੜੇ ਵੱਡੇ ਦਾਅਵੇ ਹੁੰਦੇ ਨੇ ਲੇਕਿਨ ਪ੍ਰੈਕਟੀਕਲੀ ਜਿਹੜਾ ਨਾ ਉਹ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅੱਛਾ ਹੁਣ ਦੂਸਰੀ ਜਿਹੜੀ ਚੀਜ਼ ਹੈ ਬੜੀ ਹਾਸ਼ਮੀ ਸਾਹਿਬ ਮੈਂ ਗੱਲ ਕਰਾਂ ਕਿ ਗਰਾਊਂਡ ਵੀ ਤਾਂ ਨਹੀਂ ਨਾ ਹੈਗੇ, ਉਹਨੇ ਕਿੱਥੇ ਟੀਮਾਂ ਨੂੰ ਖਿਡਾਉਣਗੇ? ਜਿਹੜੇ ਗਰਾਊਂਡ ਹੈਗੇ ਸਾਨੂੰ ਤਾਂ ਖਤਮ ਕਰ ਦਿੱਤੇ ਗਏ। ਅੱਛਾ ਮੇਰੇ ਖਿਆਲ 'ਚ ਨਾ ਇਹਦਾ ਇੱਕ ਹੱਲ ਹੈ ਕਿ ਅਗਰ ਤੁਸੀਂ UC ਲੈਵਲ ਤੇ ਟੀਮ ਬਣਾਓ ਨਾ ਇੱਕ UC ਤੇ ਉੱਥੇ ਤੁਹਾਨੂੰ ਗਰਾਊਂਡ ਅਵੇਲੇਬਲ ਹੋ ਜਾਂਦੀ, ਕੋਈ ਨਾ ਕੋਈ ਹੋ ਹੀ ਜਾਂਦੀ ਹੈ। ਅੱਛਾ ਉਹਦੇ ਤੋਂ ਬਣਾ ਕੇ ਤੁਸੀਂ ਉਹਨੂੰ ਉਸ ਫਾਰਮੈਟ ਨੂੰ ਅੱਗੇ ਤੱਕ ਲੈ ਜਾਓ ਤੇ ਤੁਹਾਨੂੰ ਬਹੁਤ ਅੱਛੀ ਕ੍ਰਿਕਟ ਮਿਲ ਜਾਏਗੀ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਸੀ ਕਿ ਇਸ ਵੇਲੇ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਉਹ ਖਿਡਾਰੀ ਜਿਹੜੇ ਆਏ ਉਹ ਜਿਹੜੀ ਕਾਰਵਾਈ ਹੋਣੀ ਸੀ, ਉਹ ਜਿਹੜੀ ਵੱਡਾ ਆਪਰੇਸ਼ਨ ਹੋਣਾ ਸੀ, ਉਹ ਕਿੱਥੇ ਗਿਆ? ਮੈਂ ਤੁਹਾਨੂੰ ਦੱਸਾਂ ਇਸ ਵੇਲੇ ਜਿਹੜਾ ਨਾ ਉਹ ਕ੍ਰਿਕਟ ਬੋਰਡ ਵੀ ਡਰਨ ਦਿਆ ਹੈ
ਉਹ ਡਰ ਇਸ ਵਾਸਤੇ ਰਿਹਾ ਹੈ ਕਿ ਖਿਡਾਰੀਆਂ ਨੇ ਜਿਹੜਾ ਨਾ ਉਹਨਾਂ ਨੇ ਸੋਚ ਲਿਆ ਕਿ ਸਾਨੂੰ ਇਹਨਾਂ ਨੇ ਕੱਢ ਦੇਣਾ ਟੀਮ ਚੋਂ, ਤੇ ਉਹ ਕਹਿੰਦੇ ਨੇ ਕੱਢ ਦੇਣੇ ਤੇ ਕੱਢ ਦੇਣ, ਅਸੀਂ ਹੁਣ ਲੀਗਸ ਖੇਲਿਆ ਕਰਾਂਗੇ। ਯਾਨੀ ਕਿ ਕੌਮੀ ਟੀਮ ਦੇ ਮੁਕਾਬਲੇ ਤੇ ਲੀਗਸ ਖੇਲਣਾ ਉਹਨਾਂ ਨੂੰ ਜ਼ਿਆਦਾ ਪ੍ਰੋਫਿਟੇਬਲ ਹੈ। ਔਰ ਅਗਰ ਤੁਸੀਂ ਟੀਮ 'ਚ ਉਹਨੂੰ ਨਹੀਂ ਖਿਡਾਉਂਦੇ, ਨਾ ਖਿਡਾਓ ਤੁਸੀਂ, ਉਹ ਮੁਖਤਲਿਫ ਲੀਗਾਂ ਖੇਲਣਗੇ ਜਾ ਕੇ। ਉਹਨੇ ਪਿਛਲੀ ਇੱਕ ਲੀਗ ਸੀ ਸ੍ਰੀਲੰਕਾ ਦੀ, ਉਹਦੇ 'ਚ ਇਫਤਖਾਰ ਚਾਚਾ ਤੇ ਆਜ਼ਮ ਜਿਹਨੂੰ ਅਸੀਂ ਟੀਮ 'ਚੋਂ ਕੱਢਣ ਦੇ ਆ, $50,000 'ਚ ਖਰੀਦੇ ਗਏ ਸੀ। ਅੱਛਾ, ਇੱਕ ਇਹ ਗੱਲ ਦੱਸੋ ਕਿ ਅਸੀਂ ਇਹ ਵੇਖਦੇ ਕਿ ਜਦੋਂ ਕਿਤੇ ਲੀਗ ਖੇਡਣੀ ਹੁੰਦੀ ਕਿਸੇ ਪਲੇਅਰ ਨੇ ਤੇ ਪੀਸੀਬੀ ਕੋਲੋਂ ਬਕਾਇਦਾ ਇਜਾਜ਼ਤ ਲੈਂਦਾ ਹਾਂਜੀ ਹੈ। ਬਿਲਕੁਲ। ਅੱਛਾ, ਇੱਥੇ ਹੁਣ ਇਹ ਟੈਸਟ ਨਹੀਂ ਹੋ ਜਾਏਗਾ ਪੀਸੀਬੀ ਦੀ ਇੰਤਜ਼ਾਮੀ ਸਲਾਹੀਅਤ ਦਾ? ਲੇਕਿਨ ਜਦੋਂ ਮੁੰਡਾ ਕਹੇਗਾ ਮੈਂ ਤੁਹਾਡੇ ਨਾਲ ਖੇਡਣਾ ਹੀ ਨਹੀਂ, ਜਾਓ, ਮੈਨੂੰ ਨਹੀਂ ਤੁਹਾਡੇ ਐਨਓਸੀ ਦੀ ਵੀ ਜ਼ਰੂਰਤ ਨਹੀਂ। ਐਨਓਸੀ ਤੇ ਉਹਨੇ ਲੈਣਾ ਨਾ ਕਿ ਜਿਹੜਾ ਉਮੀਦਵਾਰ ਹੋਏਗਾ ਕਿ ਮੈਨੂੰ ਕੌਮੀ ਟੀਮ 'ਚ ਰੱਖੋ, ਜਿਹੜਾ ਸੈਂਟਰਲ ਕੰਟਰੈਕਟ ਹੋਏਗਾ ਜਾਂ ਜਿਹੜੇ ਉਹਨਾਂ ਦੇ ਪੇਰੋਲ ਤੇ ਹੋਣਗੇ, ਉਹਦੇ ਨਾਲ ਹੀ ਹੋਏਗੀ ਨਾ। ਔਰ ਇੱਕ ਬੰਦਾ ਇੱਕ ਬਿਲਕੁਲ ਹੀ ਨੰਗਾ ਹੋ ਜਾਂਦਾ, ਕਹਿੰਦਾ ਜਾਓ, ਕਹਿੰਦਾ ਹੀ ਨਹੀਂ ਕਿ ਮੈਂ ਖੇਡਣਾ ਹੀ ਨਹੀਂ ਚਾਹੁੰਦਾ, ਮੈਂ ਖੇਡਣਾ ਹੀ ਨਹੀਂ ਚਾਹੁੰਦਾ, ਮੈਂ ਪਾਕਿਸਤਾਨ ਨਾਲੋਂ ਖੇਲਣਾ ਹੀ ਨਹੀਂ, ਜਾਓ ਮੈਂ ਜਾ ਕੇ ਲੀਗਾਂ ਖੇਲਣਾ। ਤੇ ਉਹ ਇਹ ਸਾਰੇ ਲੀਗ ਹੀ ਖੇਲਦੇ ਨੇ। ਅੱਛਾ, ਹੁਣ ਮੈਂ ਬਾਬਰ ਆਜ਼ਮ ਤੇ ਇੱਕ ਗੱਲ ਕਰਨਾ ਚਾਹੁੰਦਾ ਛੋਟੀ ਜਿਹੀ, ਉਹ ਇਹ ਕਿ ਇਹ ਜਿਹੜਾ ਤੁਹਾਡਾ ਮੁਬਸ਼ਰ ਲਕਮਾਨ ਨੇ ਉੱਤੇ ਇਲਜ਼ਾਮ ਲਗਾਇਆ ਮੈਚ ਫਿਕਸਿੰਗ ਦਾ ਤੇ ਇਹ ਤੇ ਬਹੁਤ ਸਾਰਾ, ਮੈਂ ਉਹਦੇ ਵਾਸਤੇ ਸਿਰਫ ਇੱਕ ਗੱਲ ਕਰਾਂਗਾ ਕਿ ਬਾਬਰ ਆਜ਼ਮ ਜਿਹੜੇ ਐਡਸ ਕਰਦਾ ਨਾ, ਉਹ ਜਨਾਬ ਕੋਈ ਛੋਟੇ ਐਡਸ ਨਹੀਂ ਹੁੰਦੇ। $3 ਲੱਖ ਦਾ ਐਡ ਹੈ ਉਹ, ਜਿਹੜੀ 3 ਲੱਖ, ਜੀ $3 ਲੱਖ ਦਾ ਐਡ ਹੈ। ਔਰ ਇਹ ਜਦੋਂ ਅਮਰੀਕਾ ਗਏ ਸੀ ਨਾ ਮੈਚ ਖੇਲਣ ਵਾਸਤੇ ਵਰਲਡ ਕੱਪ ਦਾ, ਉੱਥੇ ਇੱਕ ਰੈਸਟੋਰੈਂਟ ਵਾਲੇ ਨੇ ਉਹਨਾਂ ਨੇ ਬੁਲਾਇਆ, ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਸਿਰਫ ਡਿਨਰ ਕਰਨਾ ਹੈ, 3 ਖਿਡਾਰੀਆਂ ਨੂੰ ਬੁਲਾਇਆ ਤੇ ਤੁਹਾਨੂੰ ਅਸੀਂ ਨਾ $50,000 ਦਾਂਗੇ। ਤੇ ਬਾਬਰ ਨੇ ਉਹ ਰਿਜੈਕਟ ਕਰਤਾ, ਉਹਨੇ ਕਿਹਾ ਮੈਂ $80,000 ਲਾਂਗਾ। $80,000 ਤੇ $50,000 ਦਰਮਿਆਨ ਗੱਲ ਨਾ ਹੋਈ ਤੇ ਉਹਨੇ ਕਿਹਾ ਮੈਂ ਨਹੀਂ ਆਂਦਾ ਤੁਹਾਡੇ। ਤੇ ਜਿਹੜਾ ਬੰਦਾ ਜਿਹੜਾ ਉਹ ਇੰਨੇ ਪੈਸੇ ਕਮਾਉਂਦਾ ਹੋਵੇ ਐਡਸ ਤੋਂ, ਉਹਦੇ ਵਾਸਤੇ ਇਹੋ ਜਿਹੀ ਗੱਡੀਆਂ ਖਰੀਦਣਾ ਕਿਹੜੀ ਮੁਸ਼ਕਲ ਹੈ। ਇੱਕ ਆਪਣੇ ਸਾਡੇ ਜਿਹੜੇ ਜਵੇਦ ਅਫਰੀਦੀ ਸਾਹਿਬ ਨੇ, ਉਹਨਾਂ ਨੇ ਬਾਬਰ ਨੂੰ ਇੱਕ ਗੱਡੀ ਦੇ ਦਿੱਤੀ, ਕੋਈ 1.5 ਕਰੋੜ ਦੀ ਗੱਡੀ ਸੀ, ਤੇ ਲੋਕ ਬੜੇ ਉਹਦੇ ਤੇ ਹੋਏ, ਖੁਸ਼ ਵੀ ਹੋਏ ਕਿ ਯਾਰ ਐਡੀ ਗੱਡੀ ਦੇ ਦਿੱਤੀ। ਪਰ ਉਸ ਗੱਡੀ ਦੀ ਆੜ 'ਚ ਉਹਨੇ ਆਪਣੀ ਐਡ 'ਚ ਉਹਨੂੰ ਕੰਮ ਕਰਵਾ ਲਿਆ। ਹਾਲਾਂਕਿ ਅਗਰ ਉਹ ਐਡ ਕਿਤੇ ਦੂਜੇ 'ਚ ਕਰਦਾ ਤੇ ਉਹ ਤੇ 10-12 ਕਰੋੜ 'ਚ ਕਮਾਉਣਾ ਸੀ। ਮੁਰੱਬਤ 'ਚ ਉਹਨੇ ਉਹਦੀ ਗੱਲ ਮੰਨ ਲਈ, ਵਰਨਾ ਉਹ ਗੱਡੀ ਤੇ ਉਹਦੇ ਇਹ ਜਿਹੜਾ ਪਸੀਨਾ ਹੁੰਦਾ ਨਾ ਇਹਨੂੰ ਥੁੱਕੇ ਤੇ ਉਹ ਜਿਹੀਆਂ ਗੱਡੀਆਂ ਆ ਜਾਂਦੀਆਂ ਨੇ। ਇਹ ਕਿਹੜੀ ਗੱਲ ਹੈ? ਅੱਛਾ ਹਾਸ਼ਮੀ ਸਾਹਿਬ, ਕਦੀ ਇੰਜ ਨਹੀਂ ਹੋਇਆ ਕਿ ਸਾਡੇ ਪਲੇਅਰ ਜਿਹੜੇ ਨੇ, ਅਸੀਂ ਮਾਜ਼ੀ ਦੇ ਵਿੱਚ ਵੀ ਵੇਖਿਆ, ਬੜੇ ਪੈਸੇ ਕਮਾਏ ਨੇ ਕ੍ਰਿਕਟ ਦੇ ਪਲੇਅਰਾਂ ਨੇ, ਉਹਦੇ ਮੁਕਾਬਲੇ 'ਚ ਦੂਜੀਆਂ ਗੇਮਾਂ, ਮਤਲਬ ਮੈਂ ਬਾਡੀ ਬਿਲਡਿੰਗ ਔਰ ਕਬੱਡੀ ਦੇ ਵਿੱਚ ਰਿਹਾ, ਸਾਨੂੰ ਤਾਂ ਲੱਭਦਾ ਕੁਝ ਨਹੀਂ ਸੀ, ਤੌਲੀਏ ਹੀ ਮਿਲਦੇ ਹੁੰਦੇ ਸਨ। ਤੇ ਇਹ ਜਿਹੜੀਆਂ ਦੂਜੀਆਂ ਗੇਮਾਂ ਨੇ, ਇਹਦੇ ਵਿੱਚ ਪੈਸੇ ਹੈਗੇ ਹੀ ਨਹੀਂ, ਔਰ ਪਲੇਅਰ ਬੜੇ ਪੋਟੈਂਸ਼ੀਅਲ ਹੁੰਦਾ ਉਹਨਾਂ ਦਾ, ਰੁੱਲ ਜਾਂਦੇ ਨੇ। ਤੇ ਕ੍ਰਿਕਟ ਵਾਲੇ ਇੰਨੇ ਪੈਸੇ ਕਮਾਏ ਨੇ, ਤੇ ਇਹਨਾਂ ਨੂੰ ਕਦੀ ਇਹ ਨਹੀਂ ਆਇਆ ਕਿ ਅਸੀਂ ਇਹਨਾਂ ਪੈਸੇ 'ਚ ਕੁਝ ਪੈਸੇ ਆਪਣੀ ਹੀ ਗੇਮ ਦੀ ਤਰੱਕੀ ਦੇ ਉੱਤੇ ਲਾਈਏ? ਮਤਲਬ ਮੈਂ ਕਦੀ ਨਹੀਂ ਵੇਖਿਆ ਕਿ ਕਿਸੇ ਖਿਡਾਰੀ ਨੇ ਜ਼ਾਤੀ ਪੈਸੇ ਦੇ ਨਾਲ ਕੋਈ ਕ੍ਰਿਕਟ ਅਕੈਡਮੀ ਬਣਾਈ ਹੋਵੇ ਔਰ ਉੱਥੇ ਲੋਕਾਂ ਨੂੰ ਰਹਿਤ ਹੋਵੇ। ਜਿਨ੍ਹਾਂ ਨੇ ਇੱਕ ਅੱਧੇ ਨੇ ਬਣਾਈ, ਉਹ ਪੈਸੇ ਕਮਾਉਣ ਵਾਸਤੇ ਬਣਾਈ ਤੇ ਨਵੇਂ ਟੈਲੈਂਟ ਵਾਸਤੇ ਕੰਮ ਨਹੀਂ ਕੀਤਾ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ ਸਰ, ਇਹ ਮੁਮਕਿਨ ਹੀ ਨਹੀਂ ਹੈ ਕਿ ਖਿਡਾਰੀ ਉਹਦੀ ਉਮਰ ਜਿਹੜੀ 4-5 ਸਾਲ ਹੁੰਦੀ ਹੈ, 5-4 ਸਾਲਾਂ 'ਚ ਉਹਨੇ ਇੰਨੇ ਪੈਸੇ ਇਕੱਠੇ ਕਰਨੇ ਹੁੰਦੇ ਨੇ ਕਿ ਉਹਦੀਆਂ 2-3-4 ਨਸਲਾਂ ਬਹਿ ਕੇ ਖਾ ਲੈਣ। ਤੇ ਉਹਨੂੰ ਕੀ ਜ਼ਰੂਰਤ ਹੈ ਅਕੈਡਮੀ ਬਣਾਉਣ ਦੀ? ਅਬਦੁਲ ਕਾਦਰ ਨੇ ਬਣਾਈ ਨਾ ਅਕੈਡਮੀ, ਤੁਸੀਂ ਦੇਖੋ 200-250 ਬੰਦਾ ਉੱਥੇ ਖੇਡਦਾ ਹੈ, ਸ਼ਾਮ ਨੂੰ ਜਾ ਕੇ ਦੇਖੋ ਨਿੱਕੇ ਨਿੱਕੇ ਨਿਆਣੇ ਕਿੰਨੇ ਬੜੇ ਉੱਥੇ ਖੇਡਦੇ ਨੇ, ਲੇਕਿਨ ਉਹਨਾਂ ਕੋਲ ਫੀਸਾਂ ਲੈਂਦੇ ਨੇ ਔਰ ਮਹੀਨੇ ਦੇ ਚੰਗੇ ਭਲੇ ਰੁਪਏ ਕਮਾਉਂਦੇ ਨੇ। ਮੋਇਨ ਖਾਨ ਦੀ ਵੀ ਅਕੈਡਮੀ ਹੈ, ਰਾਸ਼ਦ ਲਤੀਫ ਦੀ, ਕਰਾਚੀ ਤੇ ਬਹੁਤ ਸਾਰੀਆਂ ਅਕੈਡਮੀਆਂ, ਲਾਹੌਰ 'ਚ ਵੀ ਬਹੁਤ ਸਾਰੀਆਂ ਅਕੈਡਮੀਆਂ ਨੇ। ਹੁਣ ਤੇ ਇੱਕ ਰਿਵਾਜ ਹੋ ਗਿਆ, ਕਿਉਂਕਿ ਅੱਗੇ ਸਾਡੇ ਮਹੱਲੇ ਦੀ ਕਲੱਬ ਹੁੰਦੀ ਸੀ ਨਾ, ਤੇ ਅਸੀਂ ਉਹਦੇ 'ਚ ਖੇਡ ਲੈਂਦੇ ਸੀ। ਹੁਣ ਮਹੱਲੇ 'ਚ ਨਾ ਗਰਾਊਂਡ ਹੈ ਨਾ ਕਲੱਬ ਹੈ, ਉਹ ਫਿਰ ਜਿਹੜੇ ਬੱਚੇ ਨੇ ਨਾ ਉਹ ਅਕੈਡਮੀਆਂ ਦਾ ਲੈਂਦੇ ਨੇ। ਔਰ ਹੁਣ ਤੇ ਪ੍ਰਾਈਵੇਟ ਸੈਕਟਰ 'ਚ ਵੀ ਲੋਕ ਆਉਣਾ ਸ਼ੁਰੂ ਹੋ ਗਏ ਨੇ। ਸਾਡੇ ਉੱਥੇ ਲਖੋੜੈਰ ਤੇ ਪਰਲੇ ਪਾਸੇ ਇੱਕ ਬੜਾ ਵੱਡਾ ਸਟੇਡੀਅਮ ਬਣਾਇਆ ਹੈ ਔਰ ਉਸ ਸਟੇਡੀਅਮ 'ਚ ਪੈਸੇ ਲੈ ਕੇ ਲੋਕਾਂ ਨੂੰ ਖਿਡਾਉਂਦੇ ਨੇ। ਤੇ ਮੁਮਕਿਨ ਨਹੀਂ ਹੈਗਾ ਸਰ। ਅੱਛਾ, ਇਹ ਇੱਕ ਹੋਰ ਡਿਵੈਲਪਮੈਂਟ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ ਲਾਹੌਰ ਦੇ ਵਿੱਚ। PHA ਨੇ ਜਿਲਾਨੀ ਪਾਰਕ ਦੇ ਵਿੱਚ ਇੱਕ ਜਗ੍ਹਾ ਮਖਸੂਸ ਕੀਤੀ। ਉਹਨਾਂ ਵੇਖਿਆ ਕਿ ਲੋਕ ਛੋਟੇ ਜਿਹੜੇ ਪਲਾਟ ਨੇ ਨਾ, ਯਾਨੀ ਛੋਟੇ ਤੋਂ ਮੁਰਾਦ 2-4 ਕਨਾਲ ਦੇ ਪਲਾਟ ਜਿਹੜੇ, ਉਹਦੇ ਤੇ ਫੈਂਸਿੰਗ ਕਰਕੇ ਤੇ ਆਸਟੋਟਾ ਵਿਛਾ ਕੇ ਤੇ ਉਹ ਨਾਈਟ ਸਟੇਡੀਅਮ ਵਾਂਗੂ ਬਣਾ ਕੇ ਤੇ ਪਰ ਘੰਟੇ ਦੇ ਹਿਸਾਬ ਨਾਲ ਦਿੰਦੇ ਨੇ ਖੇਡਣ ਵਾਸਤੇ। ਤੇ ਉਹ PHA ਨੇ ਜਨਾਬ ਉੱਥੇ ਇੰਜ ਦੀ ਜਗ੍ਹਾ ਇੱਕ ਬਣਾ ਕੇ ਨਾਈਟ ਸਟੇਡੀਅਮ ਬਣਾ ਦਿੱਤਾ ਤੇ ਇਹ ਕਮਾਈ ਦੀ ਵਜ੍ਹਾ ਨਾਲ। ਸਰ ਇਹ ਬੜਾ ਰਿਵਾਜ ਹੈ ਔਰ ਇਹ ਕ੍ਰਿਕਟ ਵਾਸਤੇ ਬੜਾ ਨੁਕਸਾਨ ਹੈ, ਕਿਉਂਕਿ ਇਹ ਜਿਹੜੀ ਇੰਡੋਰ ਕ੍ਰਿਕਟ ਜਿਹਨੂੰ ਕਹਿੰਦੇ ਆ ਨਾ ਅਸੀਂ, ਇਹਦੇ 'ਚ ਉਹ ਖੇਲਦੇ ਨੇ ਟੈਨਿਸ ਬਾਲ। ਠੀਕ ਹੈ। ਔਰ ਮੁੰਡੇ ਆਉਂਦੇ ਨੇ ਛੱਕੇ ਚੌਕੇ ਮਾਰੇ, ਨਾ ਉਹਨਾਂ ਨੂੰ ਪਤਾ ਲੱਗਦਾ ਬਾਉਂਡਰੀ ਵੱਜੀ ਕਿ ਨਹੀਂ ਵੱਜੀ, ਮਤਲਬ ਉਹ ਸਿੱਧੀ ਉਹਨਾਂ ਨੇ ਛਾਲ ਮਾਰੀ, ਛੱਤ ਨੂੰ ਜਾ ਕੇ ਲੱਗ ਗਈ, ਉਹ ਛੱਕਾ ਹੋ ਗਿਆ। ਹੁਣ ਉਹ ਗਰਾਊਂਡ 'ਚ ਜਦੋਂ ਆਉਣਗੇ ਤੇ ਉਹ ਤੇ ਕੈਚ ਹੋ ਜਾਏਗਾ। ਇਸ ਵਾਸਤੇ ਮੈਂ ਸਮਝਦਾ ਕਿ ਕ੍ਰਿਕਟ ਵਾਸਤੇ ਬਹੁਤ ਜ਼ਹਿਰ ਹੈ ਇਹ ਕ੍ਰਿਕਟ ਨਹੀਂ। ਇਹ ਕ੍ਰਿਕਟ ਦੀ ਨਾ ਖਿਦਮਤ ਹੈ, ਪੈਸਾ ਕਮਾਉਣ ਦਾ ਜ਼ਰੀਆ। ਸਾਡੇ ਮਹੱਲੇ ਵੀ 2-4 ਚੀਜ਼ਾਂ ਇਹੋ ਜਿਹੀਆਂ ਬਣੀਆਂ ਨੇ, ਉਹ ਸਾਡੇ ਮੁੰਡੇ ਜਾਂਦੇ ਨੇ, ਉਹ 6-6 ਹਜ਼ਾਰ ਰੁਪਈਆ ਦਿੰਦੇ ਨੇ, 3,000 ਰੁਪਏ ਘੰਟੇ ਦੇ ਹਿਸਾਬ ਨਾਲ, ਉਹ 2-3 ਘੰਟੇ ਖੇਲ ਕੇ ਆ ਜਾਂਦੇ ਨੇ। तो यह नुकसानदेह चीज़ है। अकेडमी फिर भी बेहतर है, अलीम डार की अकेडमी है, अब्दुल कादर की अकेडमी है, मसूद की अकेडमी है, होर मुंडियां ने अकेडमी बनाई ने, हर शहर 'ਚ ਹੀ ਬਣਨ ਦੀਆਂ ਨੇ।
ਤੇ ਉਹ ਇਹਦੇ 'ਚ ਫਾਇਦਾ ਹੁੰਦਾ ਹੈ। ਫਿਰ ਵੀ ਹੁਣ ਤੁਸੀਂ ਕਿਹਾ ਨਾ ਨਸੀਮ ਸ਼ਾਹ ਜਿਹੜਾ ਉਹ ਅਬਦੁਲ ਕਾਦਰ ਤੋਂ ਨਿਕਲਿਆ ਹੈ, ਹੋਰ ਬੜੇ ਸਾਰੇ ਖਿਲਾੜੀ ਉੱਥੋਂ ਨਿਕਲੇ ਨੇ। ਉਹ ਕਿਤੇ ਨਾ ਕਿਤੇ ਕਰ ਲੈਂਦੇ ਨੇ ਕੌਮ ਦੀ ਖਿਦਮਤ, ਪੈਸਾ ਕਮਾਉਂਦੇ ਹੋਏ ਵੀ। ਲੇਕਿਨ ਮੇਰੇ ਖਿਆਲ ਦੇ ਵਿੱਚ ਜਿਹੜਾ ਨਾ ਉਹ ਇਹਦਾ ਬਿਹਤਰੀਨ ਹੱਲ ਜਿਹੜਾ ਨਾ, ਹੁਣ ਤੁਸੀਂ ਆਪਣੀ ਡੋਮੈਸਟਿਕ ਕ੍ਰਿਕਟ ਨੂੰ ਠੀਕ ਕਰੋ। ਬਹੁਤ ਸ਼ੁਕਰੀਆ ਹਾਸ਼ਮੀ ਸਾਹਿਬ। ਇਹ ਅੱਜ ਦੀ ਸਾਡੀ ਗੁਫ਼ਤਗੂ ਜਿਹੜੀ T20 ਵਰਲਡ ਕੱਪ ਦੇ ਥੋੜ੍ਹੀ ਜਿਹੀ ਪੇਸ਼ਰਫਤ ਜਿਹੜੀ ਹੋਈ ਉਹਦੇ ਉੱਤੇ ਹੋਈ ਹੈ। ਪਾਕਿਸਤਾਨ ਦੇ ਵਿੱਚ ਕ੍ਰਿਕਟ ਟੀਮ ਦੀ ਨਵੀਂ ਜੋ ਕੁਝ ਹੋ ਸਕਦਾ ਸੀ ਉਹਨਾਂ ਕੋਸ਼ਿਸ਼ਾਂ ਦੇ ਉੱਤੇ, ਮੋਹਸਿਨ ਨਕਵੀ ਸਾਹਿਬ ਦੇ ਇਕਦਾਮਾਂ ਦੇ ਉੱਤੇ ਹੋਈ, ਔਰ ਫਿਰ ਕ੍ਰਿਕਟ ਦੀਆਂ ਜਿਹੜੀਆਂ ਅਕੈਡਮੀਆਂ ਨੇ ਔਰ ਜਿਹੜਾ ਇੱਥੇ ਢਾਂਚਾ ਹੈ ਔਰ ਜਿਹੜੇ ਪਲੇਅਰ ਨੇ ਉਹਨਾਂ ਦੀ ਆਮਦਨ ਦੇ ਉੱਤੇ ਵੀ ਗੱਲ ਹੋਈ। ਔਰ ਅਸੀਂ ਇਹ ਵੀ ਇੱਕ ਸੋਚਣ ਦੀ ਦਾਵਤ ਦਿੰਦੇ ਹਾਂ ਤੁਹਾਨੂੰ ਕਿ ਇੰਨਾ ਪੈਸਾ ਜੇ ਪਲੇਅਰ ਕਮਾਉਂਦੇ ਨੇ ਤੇ ਉਹ ਆਪਣੀ ਖੇਡ ਦੀ ਤਰੱਕੀ ਵਾਸਤੇ ਵੀ ਥੋੜ੍ਹਾ ਜਿਹਾ ਖਰਚ ਕਰਨ। ਤੇ ਇਸ ਨੁਕਤੇ ਦੇ ਨਾਲ ਜਨਾਬ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਜੀਂਦੇ ਰਹੋ, ਵਸਦੇ ਰਹੋ।